ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੀ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸੋ ਕਹੋ ਟਲ ਗੁਰ ਸੇਵੀਐ, ਐਨਿਸ਼ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਗੁਜਰੀ ਮਹਲਾ ਤੀਜਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਇ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ। ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ। ਗੁਰ ਪ੍ਰਸਾਦ ਮੇਰਾ ਮਨ ਭੀਜੈ, ਇਹਾ ਸੇਵ ਬਨੈ ਜੀ। ਰਹਾਉ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ। ਗੁਰ ਪ੍ਰਸਾਦ ਮੇਰਾ ਮਨ ਭੀਜੈ, ਇਹਾ ਸੇਵ ਬਨੀ ਜੀਉ। ਰਹਾਉ ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਦਪ, ਹਰ ਮੇਰਾ ਭਾਈ। ਹਰ ਕੀ ਮੈਂ ਭੂਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤੈ। ਹਰ ਮੇਰਾ ਸਾਕ ਅੰਤ ਹੋਏ ਸਹਾਈ। ਹਰ ਕੀ ਮੈਂ ਭੂਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤੈ। ਹਰ ਮੇਰਾ ਸਾਕ ਅੰਤ ਹੋਏ ਸਖਾਏ। ਹਰ ਬਿਨ ਹੋਰ ਰਾਸ ਕੂੜੀ ਹੈ, ਚਲਦਿਆਂ ਨਾਲ ਨਾ ਜਾਏ। ਹਰ ਮੇਰਾ ਤਨ ਮੇਰਾ ਸਾਥ ਚਾਲੈ। ਜਹਾਂ ਹਉ ਜਾਉ ਤਹਾਂ ਜਾਏ। ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਏ। ਕਹਿ ਨਾਨਕ ਹਰ ਕਾ ਭਾਣਾ ਹੁਆ, ਕਹਿਣਾ ਕਛੂ ਨ ਜਾਏ। ਕਹਿ ਨਾਨਕ ਹਰ ਕਾ ਭਾਣਾ ਹੁਆ, ਕਹਿਣਾ ਕਛੂ ਨ ਜਾਏ। ਪਰਮ ਸਨਮਾਨਯੋਗ ਇੱਕ ਬਾਣੀ ਚੈਨਲ 'ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਰਹਿਮਤਾਂ ਸਦਕਾ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨ ਹੋਵੇ। ਜੇ ਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਦੀ ਬਾਣੀ ਰਾਹੀਂ ਸਤਿਗੁਰਾਂ ਦੇ ਦਰਸ਼ਨ ਕਰਨ ਹਿਤ ਆਪ ਵਡਭਾਗੀ ਹੋ ਜੋ ਆਪਣੇ ਘਰਾਂ ਵਿੱਚ ਬੈਠ ਕੇ ਇਸ ਚੈਨਲ ਰਾਹੀਂ
ਗੁਰਮਤ ਨਾਲ, ਗੁਰਬਾਣੀ ਨਾਲ, ਗੁਰਸ਼ਬਦ ਨਾਲ ਸੌਂਝ ਪਾਉਣ ਦਾ ਉਪਰਾਲਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਕਰੀਏ ਇਕਾਗਰ। ਸਤਿਗੁਰਾਂ ਦੇ ਇਸ ਮੁੱਖ ਵਾਕ ਜਿਸ ਦਾ ਪਾਠ ਉਚਾਰਨ ਅਸੀਂ ਸਰਵਣ ਕੀਤਾ ਹੈ, ਇਸ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਜਿਸ ਦਾ ਪਾਠ ਅਸੀਂ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 490 ਤੇ ਸੁਭਾਇਮਾਨ ਹੈ। ਇਹ ਸ਼ਬਦ ਗੁਰਬਾਣੀ ਕਿਉਂਕਿ ਰਾਗਾਂ ਵਿੱਚ ਉਚਾਰਨ ਕੀਤੀ ਗਈ ਹੈ ਅਤੇ ਇਹ ਗੂਜਰੀ ਰਾਗ ਵਿੱਚ ਗੂਜਰੀ ਮਹਿਲਾ ਤੀਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੀਸਰੇ ਸਰੂਪ, ਤੀਸਰੇ ਜਾਮੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮੁੱਖ ਵਾਕ ਸ਼ਬਦ ਹੈ। ਇਸ ਸ਼ਬਦ ਰਾਹੀਂ ਜੋ ਗੁਰਮਤਿ ਦੀ ਸਾਂਝ, ਜੋ ਗੁਰਮਤਿ ਦਾ ਉਪਦੇਸ਼ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਪਾਉਂਦੇ ਹਨ, ਰਾਹੋਂ ਦੇ ਬੰਦ ਵਿੱਚ ਸਤਿਗੁਰੂ ਜੀ ਵਰਣਨ ਕਰਦੇ ਹਨ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ। ਗੁਰ ਪ੍ਰਸਾਦ ਮੇਰਾ ਮਨ ਪੀਜੈ, ਇਹਾ ਸੇਵ ਬਣੀ ਜੀਓ। ਰਹਾਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਸ਼ਬਦ ਰਾਹੀਂ ਜੋ ਸ਼ਬਦ ਸਾਡੇ ਝੋਲੀ ਵਿੱਚ ਪਾਉਂਦੇ ਹਨ ਕਿ ਪਰਮਾਤਮਾ ਹੀ ਮੇਰਾ ਪਿਆਰ ਹੈ, ਹਰ ਮੇਰੀ ਪ੍ਰੀਤ, ਕਿਉਂਕਿ ਮੈਂ ਪ੍ਰੀਤ ਉਸ ਸੱਚੇ ਵਾਹਿਗੁਰੂ ਨਾਲ ਹੀ ਪਾ ਲਈ ਹੈ। ਹਰ ਮੇਰੀ ਪ੍ਰੀਤ। ਜਦੋਂ ਮਨੁੱਖ ਕਿਸੇ ਚੀਜ਼ ਨਾਲ ਪਿਆਰ ਪਾਉਂਦਾ ਹੈ ਤਾਂ ਉਸ ਪਿਆਰ ਨੂੰ ਪ੍ਰਗਟਾਉਣ ਲਈ ਕੁਝ ਯਤਨ ਕਰਦਾ, ਕੁਝ ਕਰਮ ਕਰਦਾ। ਉਹ ਕੀਤਾ ਹੋਇਆ ਯਤਨ ਉਹਦੀ ਰੀਤ ਰਿਵਾਜ ਬਣ ਜਾਂਦਾ ਹੈ, ਉਸ ਦਾ ਉਹ ਤਿਉਹਾਰ ਬਣ ਜਾਂਦਾ ਹੈ। ਅਤੇ ਸਤਿਗੁਰੂ ਕਹਿੰਦੇ ਨੇ ਮੇਰਾ ਪਿਆਰ ਵੀ ਪਰਮਾਤਮਾ ਹੈ ਅਤੇ ਮੇਰੀ ਰੀਤ ਵੀ, ਮੇਰਾ ਵਿਹਾਰ ਵੀ ਪਰਮਾਤਮਾ ਹੈ। ਭਾਵ ਮੈਂ ਉਸ ਪਰਮਾਤਮਾ ਦੇ ਨਾਮ ਵਿੱਚ ਹੀ ਸੁਰਤ ਜੋੜੀ ਹੋਈ ਹੈ, ਜੋੜਦਾ ਹਾਂ। ਇਹੀ ਮੇਰੀ ਰੀਤ ਹੈ, ਇਹੀ ਮੇਰਾ ਪਿਆਰ ਹੈ ਅਤੇ ਪਰਮਾਤਮਾ ਹੀ ਮੇਰੀ ਰੀਤ ਹੈ। ਹਰ ਮੇਰੀ ਕਥਾ ਕਹਾਣੀ ਜੀ। ਜਦੋਂ ਕੋਈ ਮਨੁੱਖ ਆਪਣੇ ਪਿਆਰ ਨੂੰ ਪ੍ਰਗਟਾਉਣ ਵਾਸਤੇ ਕੋਈ ਰੀਤ ਨਿਭਾਉਂਦਾ ਹੈ, ਕੋਈ ਉਪਰਾਲਾ ਕਰਦਾ ਹੈ ਅਤੇ ਫਿਰ ਉਸ ਉਪਰਾਲੇ ਕਰਨ ਦੇ ਨਾਲ ਉਸ ਮਨੁੱਖ ਦਾ ਸੁਭਾਅ, ਉਸ ਮਨੁੱਖ ਦਾ ਜੀਵਨ ਵੀ ਉਸੇ ਤਰ੍ਹਾਂ ਦਾ ਬਣਨ ਲੱਗ ਪੈਂਦਾ ਹੈ। ਕਿਉਂਕਿ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਜੈਸਾ ਸੇਵੈ ਤੈਸਾ ਹੋਵੈ ਤੇਹੀ ਕਰਮ ਕਮਾਏ। ਕਰਮ ਵੀ ਉਹ ਹੋ ਜਾਂਦੇ ਹਨ ਅਤੇ ਸੁਭਾਅ ਵੀ ਉਹ ਹੋ ਜਾਂਦਾ ਹੈ। ਉਹੀ ਰੀਤ ਬਣ ਜਾਂਦੀ ਹੈ ਅਤੇ ਉਸੇ ਨਾਲ ਫਿਰ ਪ੍ਰੀਤ ਬਣਦੀ ਹੈ। ਸੋ ਸਤਿਗੁਰੂ ਜੀ ਇੱਥੇ ਬੜਾ ਕੀਮਤੀ ਨੁਕਤਾ ਸਾਡੀ ਸਮਝ ਗੋਚਰੇ ਕਰਦੇ ਹਨ ਕਿ ਹੇ ਭਾਈ, ਜੇ ਮੈਨੂੰ ਕੋਈ ਪੁੱਛੇ ਕਿ ਤੂੰ ਕਿਸ ਨਾਲ ਪਿਆਰ ਕਰਦਾ ਹੈ, ਉੱਤਰ ਹੈ ਪਰਮਾਤਮਾ ਨਾਲ। ਜੇ ਕੋਈ ਪੁੱਛੇ ਤੇਰੀ ਰੀਤ ਕੀ ਹੈ, ਤਾਂ ਉਹ ਰੀਤ ਹੈ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਯਾਦ। ਜੇ ਕੋਈ ਇਹ ਪੁੱਛੇ ਤੇਰਾ ਜੀਵਨ ਕਿਹੋ ਹੈ, ਤੇਰਾ ਜੀਵਨ ਕਿਹੋ ਜਿਹਾ ਹੈ, ਤਾਂ ਮੈਂ ਉੱਤਰ ਦੇ ਸਕਦਾ ਹਾਂ ਪਰਮਾਤਮਾ ਦਾ ਸਿਮਰਨ ਹੀ ਮੇਰਾ ਜੀਵਨ ਹੈ ਅਤੇ ਇਹੀ ਮੇਰੀ ਸੇਵਾ ਹੈ। ਉਸ ਪਰਮਾਤਮਾ ਦੇ ਨਾਲ ਮੇਰੀ ਜੀਵਨ ਦੀ ਜੁਗਤੀ ਹੈ, ਮੇਰੇ ਜੀਵਨ ਦਾ ਢੰਗ ਹੈ। ਹਰ ਮੇਰੀ ਕਥਾ ਕਹਾਣੀ ਜੀ। ਅਤੇ ਇਸੇ ਪਰਮਾਤਮਾ ਦੀ ਇਸ ਪ੍ਰੇਮਾ ਭਗਤੀ ਦੇ ਨਾਲ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਜੇ ਗੁਰੂ ਦੀ ਕਿਰਪਾ ਹੋ ਜਾਏ, ਮੈਂ ਇਹ ਅਰਦਾਸ ਵੀ ਇਹੋ ਕਰਦਾ ਹਾਂ, ਹੇ ਸਤਿਗੁਰੂ, ਕਿਉਂਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਿਉਂਕਿ ਜਦੋਂ ਮੈਂ ਦੁਨੀਆ ਦੇ ਪਦਾਰਥ ਮੰਗਦਾ ਹਾਂ, ਪਦਾਰਥ ਮਿਲਦੇ ਨੇ ਪਰ ਤ੍ਰਿਸ਼ਨਾ ਨਹੀਂ ਮਿਟਦੀ, ਭੁੱਖ ਹੋਰ ਵੱਧਦੀ ਜਾਂਦੀ ਹੈ। ਇਸ ਲਈ ਮੇਰੇ ਮਨ ਨੂੰ ਤਾਂ ਸੱਚੇ ਨਾਮ ਦੀ ਭੁੱਖ ਲੱਗਦੀ ਹੈ। ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਹੈ
ਤੇ ਮੈਂ ਅਰਦਾਸ ਵੀ ਇਹੀ ਕਰਦਾ, ਹੈ ਵਾਹਿਗੁਰੂ ਤੁਸੀਂ ਹੀ ਮੇਰਾ ਪਿਆਰ ਹੋ, ਤੁਸੀਂ ਹੀ ਮੇਰਾ ਜੀਵਨ ਹੋ, ਤੁਸੀਂ ਹੀ ਮੇਰੀ ਰੀਤ ਹੋ, ਤੁਸੀਂ ਹੀ ਮੇਰੀ ਪ੍ਰੀਤ ਹੋ, ਤੇ ਮੇਰੀ ਝੋਲੀ ਵਿੱਚ ਆਪਣੇ ਨਾਮ ਦੀ ਦਾਤ ਪਾ ਦਿਓ। ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੋ। ਇਸ ਲਈ ਇਹ ਜਦੋਂ ਗੁਰੂ ਕਿਰਪਾ ਕਰਦਾ, ਗੁਰ ਪ੍ਰਸਾਦ ਮੇਰਾ ਮਨ ਭੀਜੈ, ਤੇ ਮੈਂ ਇਹ ਅਰਦਾਸ ਕਰਦਾ ਹਾਂ ਵਾਹਿਗੁਰੂ ਮੈਨੂੰ ਇਹੋ ਜਿਹੀ ਸੇਵਾ ਦੇ ਦਿਓ। ਗੁਰ ਕੀ ਸੇਵਾ ਸ਼ਬਦ ਵਿਚਾਰ, ਜਿਉਂ-ਜਿਉਂ ਸ਼ਬਦ ਗੁਰੂ ਦਾ ਮਨ ਵਿੱਚ ਵਸਦਾ ਜਾਂਦਾ ਹੈ, ਇਸ ਨੂੰ ਸੱਚ ਦੀ ਸਮਝ ਆਉਣ ਲੱਗਦੀ ਹੈ, ਤੇ ਇਹਦਾ ਜੀਵਨ ਆਚਾਰ ਸੱਚ ਵਰਗਾ ਹੀ ਹੋ ਜਾਂਦਾ ਹੈ। ਸੱਚੇ ਨੂੰ ਸੇਵਦਿਆਂ ਉਸ ਪ੍ਰਮਾਤਮਾ ਨੂੰ ਯਾਦ ਕਰਦਿਆਂ ਇਹਦੀ ਜੀਵਨ ਰੀਤ ਪ੍ਰੀਤ ਵੀ ਪ੍ਰਮਾਤਮਾ ਵਰਗੀ ਹੀ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਆਖਦੇ ਹਨ, ਗੁਰ ਪ੍ਰਸਾਦ ਮੇਰਾ ਮਨ ਭੀਜੈ। ਇਹੀ ਸੇਵਾ ਮੈਂ ਮੰਗਦਾ ਹਾਂ ਕਿ ਹੇ ਸਤਿਗੁਰੂ ਮੈਨੂੰ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਤੇਰੇ ਨਾਮ ਵਿੱਚ ਭਿੱਜ ਜਾਏ, ਤੇਰੇ ਨਾਮ ਵਿੱਚ ਰੰਗਿਆ ਜਾਏ। ਇਹ ਸੇਵ ਬਣੀ ਜੀਉ। ਇਹੋ ਜਿਹੀ ਸੇਵਾ, ਇਹ ਸੇਵਾ ਹੀ ਮੇਰੀ ਝੋਲੀ ਵਿੱਚ ਪਾ ਦਿਓ, ਇਸੇ ਦੀ ਮੈਂ ਅਰਦਾਸ ਕਰਦਾ ਹਾਂ। ਸੋ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਇਸ਼ਟ ਬਾਰੇ, ਆਪਣੇ ਪ੍ਰੇਮ ਬਾਰੇ, ਆਪਣੇ ਰੀਤ, ਆਪਣੇ ਸੁਭਾਅ, ਆਪਣੇ ਜੀਵਨ ਜਾਚ ਬਾਰੇ ਸਤਿਗੁਰੂ ਜੀ ਨੇ ਕੀਮਤੀ ਬੋਲ ਸਾਡੀ ਝੋਲੀ ਵਿੱਚ ਪਾਏ ਹਨ। ਸਾਧ ਸੰਗਤ, ਜਦੋਂ ਅਸੀਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਵੇਖਦੇ ਹਾਂ, ਆਪ ਰਿਸ਼ਤੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੁੜਮਾਚਾਰੀ 'ਚੋਂ ਕੁੜਮ ਲੱਗਦੇ ਸਨ। ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਦਾ ਵਿਆਹ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ, ਅਤੇ ਇੰਜ ਰਿਸ਼ਤੇ ਵਿੱਚ ਇਹ ਕੁੜਮਾਚਾਰੀ 'ਚ ਨੇ। ਪਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਮੁੱਢਲੇ ਜੀਵਨ ਦੇ ਬੇਅੰਤ ਵਰੇ ਉਹਨਾਂ ਕਰਮਕਾਂਡਾਂ ਵਿੱਚ, ਉਹਨਾਂ ਰੀਤੀ ਰਿਵਾਜਾਂ ਵਿੱਚ ਫਸੇ ਹੋਏ ਸਨ, ਜਿਨ੍ਹਾਂ ਨੂੰ ਅਸੀਂ ਉਸ ਵੇਲੇ ਪ੍ਰਚਲਿਤ ਜੋ ਸਮਾਜ ਦੇ ਵਰਤ ਵਿਹਾਰ ਸੀ, ਤੀਰਥਾਂ ਦੀ ਯਾਤਰਾ ਕਰਨੀ, ਵਰਤ ਰੱਖਣੇ ਅਤੇ ਤੀਰਥਾਂ 'ਤੇ ਇਸ਼ਨਾਨ ਕਰਕੇ ਸੇਵਾ ਕਰਨੀ, ਦਾਨ ਪੁੰਨ ਕਰਨਾ, ਇਹਨਾਂ ਰੀਤਾਂ ਰਿਵਾਜਾਂ ਵਿੱਚ ਲੱਗੇ ਹੋਣ ਕਾਰਨ ਹਰ ਸਾਲ ਹਰਿਦੁਆਰ ਗੰਗਾ ਜਾ ਕੇ ਇਸ਼ਨਾਨ ਕਰਨੇ, ਅਤੇ ਇਹ ਉਹਨਾਂ ਦੀ ਰੀਤ ਬਣੀ ਹੋਈ ਸੀ। ਹਰ ਸਾਲ ਗੰਗਾ ਦੇ ਦਰਸ਼ਨ ਕਰਨੇ, ਹਰਿਦੁਆਰ ਜਾਣਾ, ਇਸ਼ਨਾਨ ਕਰਕੇ ਵਾਪਸ ਆਉਣਾ। ਪਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਵਾਪਸ ਆਉਂਦਿਆਂ ਇੱਕ ਵਾਰ ਕਿਸੇ ਜੋਗੀ ਨੇ ਇਹ ਬਚਨ ਕਰ ਦਿੱਤੇ ਸਨ ਕਿ ਤੂੰ ਅਜੇ ਤੱਕ ਨਿਗੋਰਾ ਹੈ, ਤੇਰਾ ਜੀਵਨ ਨਿਗੋਰਾ ਹੈ। ਮਨ ਵਿੱਚ ਇੱਕ ਹੋਰ ਚੇਟਕ ਲੱਗ ਗਈ ਕਿ ਮੈਂ ਤਾਂ ਹਰਿਦੁਆਰ ਵੀ ਜਾਂਦਾ ਹਾਂ, ਮੈਨੂੰ ਇੰਨੇ ਸਾਲ ਹੋ ਗਏ ਨੇ ਗੰਗਾ ਇਸ਼ਨਾਨ ਕਰਦਿਆਂ, ਮੈਂ ਹਰ ਦਾਨ ਪੁੰਨ ਵੀ ਕਰਦਾ ਹਾਂ, ਹੋਰ ਪੂਜਾ ਪਾਠ ਦੇ ਜੋ ਕਰਮਕਾਂਡ ਨੇ ਉਹ ਵੀ ਨਿਭਾਉਂਦਾ ਹਾਂ, ਪਰ ਮੈਂ ਅਜੇ ਗੁਰੂ ਵਾਲਾ ਨਹੀਂ ਬਣਿਆ। ਤਾਂ ਬੀਬੀ ਅਮਰੋ ਪਾਸੋਂ ਇੱਕ ਸ਼ਬਦ ਸੁਣਿਆ ਸੀ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਾਏ। ਇਹ ਸ਼ਬਦ ਜਦੋਂ ਸੰਪੂਰਨ ਸੁਣਿਆ, ਜਿਸ ਦੇ ਅੰਤਲੇ ਬੋਲ ਸਨ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਮਨ ਵਿੱਚ ਇੱਕ ਹੋਰ ਪਿਆਸ ਜਾਗੀ ਕਿ ਹੈ ਕੋਈ ਐਸਾ ਸੱਚਾ ਗੁਰੂ ਮੇ ਹੈ ਜੋ ਸੱਚੇ ਨਾਮ ਦੀ ਦਾਤ ਬਖਸ਼ਦਾ ਹੈ। ਉਸ ਨਾਮ ਦੀ ਦਾਤ ਨਾਲ ਮੇਰੀ ਭੁੱਖ ਮਿਟ ਜਾਂਦੀ ਹੈ, ਮੇਰੀਆਂ ਖਾਹਿਸ਼ਾਂ ਕੰਟਰੋਲ ਵਿੱਚ ਹੋ ਜਾਂਦੀਆਂ ਹਨ, ਮੇਰੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਤਾਂ ਸਤਿਗੁਰੂ ਜੀ ਨੇ ਬੀਬੀ ਅਮਰੋ ਦੇ ਰਾਹੀਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਸਨ 1541 ਵਿੱਚ। ਜਿਉਂ ਹੀ ਸਤਿਗੁਰੂ ਦੀ ਸੰਗਤ ਵਿੱਚ ਪਹੁੰਚੇ, ਜੀਵਨ ਬਦਲ ਗਿਆ, ਜੀਵਨ ਨੇ ਮੋੜਾ ਖਾਧਾ। ਉਂਝ ਹੀ ਜਿਵੇਂ ਭਾਈ ਲਹਿਣਾ ਜੀ ਦੇ ਜੀਵਨ ਵਿੱਚ ਕਰਤਾਰਪੁਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਜੀਵਨ 'ਚ ਬਦਲਾਵ ਆ ਗਿਆ ਸੀ। ਸਾਰੀ ਉਮਰ ਦੇ ਪਹਿਲੇ ਪੜਾਵਾਂ ਵਿੱਚ ਵੈਸ਼ਨੋ ਦੇਵੀ ਦੀ ਯਾਤਰਾ ਕਰਦਿਆਂ ਬਿਤਾਏ ਸਨ। ਹੁਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਦੀ ਪੂਜਾ ਦਾ ਸਿਧਾਂਤ, ਪੂਜਾ ਕੀਚੈ ਨਾਮ ਧਿਆਈਐ, ਦ੍ਰਿੜ ਕਰਵਾ ਦਿੱਤਾ। ਇਸੇ ਨਾਮ ਦੀ ਬੰਦਗੀ, ਇਸੇ ਨਾਮ ਦੀ ਪ੍ਰੀਤ ਰੀਤ ਨੂੰ ਸਿੱਖਦਿਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਸਤਿਗੁਰੂ ਅੰਗਦ ਦੇਵ ਜੀ ਤੋਂ ਗੁਰਮਤਿ ਦਾ ਸੰਦੇਸ਼ ਲੈ ਕੇ ਆਪਣੇ ਜੀਵਨ ਵਿੱਚ ਬਦਲਾਅ ਲੈ ਆਉਂਦਾ। ਉਹ ਹਰ ਸਾਲ ਜੋ ਤੀਰਥਾਂ 'ਤੇ ਯਾਤਰਾ ਕਰਦੇ, ਦਾਨ ਪੁੰਨ ਕਰਦੇ, ਇਸ ਸਾਰੇ ਨੂੰ ਛੱਡ ਕੇ ਇੱਕ ਰਾਹ 'ਤੇ ਤੁਰ ਪਏ, ਉਹ ਸੱਚੇ ਮਾਲਕ ਦੇ ਰਾਹ 'ਤੇ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਇਹ ਰਾਹ ਅਪਣਾ ਲਿਆ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਉਸੇ ਰਾਹ ਦੇ ਵਰਣਨ ਹੀ ਅੱਜ ਦੇ ਸ਼ਬਦ ਵਿੱਚ
ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਦੇ ਹਨ ਕਿ ਮੇਰੀ ਹੁਣ ਪ੍ਰੀਤ ਵੀ ਪਰਮਾਤਮਾ ਹੀ ਹੈ, ਮੇਰੀ ਰੀਤ ਵੀ ਪਰਮਾਤਮਾ ਹੀ ਹੈ, ਮੇਰੀ ਜੀਵਨ ਜਾਚ ਦਾ ਅੰਗ ਵੀ ਪਰਮਾਤਮਾ ਹੀ ਹੈ ਅਤੇ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਇਹ ਮੇਰਾ ਪਿਆਰ ਕਦੀ ਵੀ ਨਾ ਟੁੱਟੇ, ਇਹ ਮੇਰਾ ਪਿਆਰ ਉਸ ਵਾਹਿਗੁਰੂ ਨਾਲ ਹਮੇਸ਼ਾ ਬਣਿਆ ਰਹੇ। ਐਸਾ ਇਸ਼ਟ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ 1541 ਤੋਂ ਬਾਅਦ ਆਪਣੀ ਜੀਵਨ ਦੇ ਬਾਕੀ ਸਾਲਾਂ ਦੇ ਅੰਦਰ ਨਿਭਾਇਆ ਅਤੇ ਸੱਚੀ ਪ੍ਰੀਤ ਕਰਦਿਆਂ ਕਰਦਿਆਂ ਆਖਰ ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਜੀ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਿਆਈ ਦੇ ਤੀਸਰੇ ਵਾਰਸ ਬਣ ਗਏ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਲਿਖਦਿਆਂ ਕਈ ਲੋਕਾਂ ਨੇ ਇਸ ਸ਼ਬਦਾਂ ਦੇ ਅਰਥਾਂ ਨੂੰ ਨਾ ਸਮਝਦਿਆਂ ਹੋਇਆਂ ਭੁਲੇਖੇ ਵੀ ਖਾਦੇ ਨੇ ਕਿ ਗੁਰੂ ਅਮਰਦਾਸ ਜੀ ਵੀ ਹਰਿਦੁਆਰ ਜਾਂਦੇ ਸਨ। ਇਸ ਲਈ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ, ਬਾਬਾ ਸੁੰਦਰ ਜੀ ਦੀ ਕਲਮ ਰਾਹੀਂ ਇਹ ਉਪਦੇਸ਼ ਦਿੱਤਾ ਹੈ ਕਿ ਤੁਸੀਂ ਵੀ ਮੇਰੇ ਮਰਨ ਤੋਂ ਬਾਅਦ, ਮੇਰੇ ਜੋਤੀ ਜੋਤ ਸਮਾਉਣ ਤੋਂ ਬਾਅਦ ਮੇਰੇ ਸਰੀਰ ਨੂੰ ਹਰਿਦੁਆਰ ਗੰਗਾ ਵਿੱਚ ਜਾ ਕੇ ਪਾਣਾ, ਮੇਰੇ ਫੁੱਲ ਚੁਗ ਕੇ ਹਰਿਦੁਆਰ ਵਿੱਚ ਜਾ ਕੇ ਪਾਣੇ। ਸਤਬਾਣੀ ਵਿੱਚ ਬਾਬਾ ਸੁੰਦਰ ਜੀ ਦੇ ਇਹਨਾਂ ਸ਼ਬਦਾਂ ਨੂੰ ਜਦੋਂ ਅਸੀਂ ਗੁਰਮਤਿ ਦੇ ਨਜ਼ਰੀਏ ਤੋਂ ਪਰਖਦੇ ਹਾਂ, ਕਿਉਂਕਿ ਸਾਧ ਸੰਗਤ ਜਦੋਂ ਵੀ ਗੁਰਬਾਣੀ ਪੜ੍ਹੀਏ ਗੁਰਮਤਿ ਦੇ ਮੁੱਢਲੇ ਸੰਦੇਸ਼ ਨੂੰ ਆਪਣੇ ਚੇਤੇ ਵਿੱਚ ਰੱਖਣਾ ਜ਼ਰੂਰੀ ਹੈ ਕਿ ਸਤਿਗੁਰੂ ਜੀ ਦਾ ਜੀਵਨ ਇਸ਼ਟ ਕੀ ਬਣਿਆ। ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਉਸ ਪਰਮਾਤਮਾ ਦੀ ਪੂਜਾ ਬੰਦਗੀ ਪ੍ਰੇਮਾ ਭਗਤੀ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੇ ਜੀਵਨ ਦੇ ਬਾਕੀ ਸਮੇਂ ਦੇ ਅੰਦਰ ਕਦੇ ਵੀ ਹਰਿਦੁਆਰ ਨਹੀਂ ਗਏ। ਹਾਂ, ਇੱਕ ਵਾਰ ਜ਼ਰੂਰ ਗਏ। ਉਸ ਦਾ ਜ਼ਿਕਰ ਵੀ ਗੁਰੂ ਰਾਮਦਾਸ ਜੀ ਨੇ ਬਾਅਦ ਵਿੱਚ ਕੀਤਾ ਆਪਣੀ ਬਾਣੀ ਦੇ ਅੰਦਰ ਕਿ ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਬਾਅਦ ਹਰਿਦੁਆਰ ਕਿਉਂ ਗਏ। ਸਤਿਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬੋਲ ਸਨ, ਤੀਰਥ ਉਦਮ ਸਤਿਗੁਰੂ ਕੀਆ ਹਰ ਲੋਕ ਉਦਰਨ ਅਰਥਾ। ਗੁਰੂ ਪਾਤਸ਼ਾਹ ਜੀ ਨੇ ਅਗਰ ਤੀਰਥਾਂ 'ਤੇ ਜਾਣ ਦਾ ਯਤਨ ਵੀ ਕੀਤਾ, ਗੁਰਿਆਈ ਬਣਨ ਤੋਂ ਬਾਅਦ ਉਹਨਾਂ ਦਾ ਮੁੱਖ ਮਨੋਰਥ ਸੀ ਲੋਕਾਂ ਦਾ ਉਧਾਰ ਕਰਨਾ, ਲੋਕਾਂ ਨੂੰ ਸੱਚ ਉਪਦੇਸ਼ 'ਤੇ ਲੜ ਲਗਾਉਣਾ, ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਸਿਖਾਉਣਾ। ਤੀਰਥ ਉਦਮ ਸਤਿਗੁਰ ਕੀਆ ਪ੍ਰਭ ਲੋਕ ਉਦਰਨ ਅਰਥਾ। ਅਤੇ ਕਿਉਂਕਿ ਸਤਿਗੁਰੂ ਜੀ ਦਾ ਇਸ਼ਟ ਉਹਨਾਂ ਦੀ ਆਪਣੀ ਬਾਣੀ ਵਿੱਚ, ਉਹਨਾਂ ਦੀ ਆਪਣੀ ਜ਼ੁਬਾਨ ਰਾਹੀਂ ਕਿ ਸੱਚਾ ਤੀਰਥ ਕੀ ਹੈ। ਸੱਚਾ ਤੀਰਥ ਜਿਤ ਸਤ ਸਰ ਨਹਾਵਣ ਗੁਰਮੁਖ ਆਪ ਬੁਝਾਏ। ਸੱਚਾ ਤੀਰਥ ਹੈ ਗੁਰ ਸ਼ਬਦ ਵਿੱਚ ਇਸ਼ਨਾਨ ਕਰਨਾ। ਇਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਜਿਸ ਨੂੰ ਇਹ ਸੋਝੀ ਬਖਸ਼ ਦਿੰਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਸੱਚਾ ਤੀਰਥ ਜਿਤ ਸਤ ਸਰ ਨਹਾਵਣ ਗੁਰਮੁਖ ਆਪ ਬੁਝਾਏ। 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤੈ ਮਲ ਜਾਏ। ਅਤੇ 68 ਤੀਰਥਾਂ ਦਾ ਇਸ਼ਨਾਨ ਵੀ ਗੁਰੂ ਦੇ ਸ਼ਬਦ ਦੇ ਇਸ਼ਨਾਨ ਕੀਤਿਆਂ ਹੋ ਜਾਂਦਾ ਹੈ। ਜਿਸ ਸ਼ਬਦ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆਂ ਜਿਸ ਨੂੰ ਸਤਿਗੁਰੂ ਰਾਮਦਾਸ ਜੀ ਨੇ ਬਾਅਦ ਵਿੱਚ ਆਖਿਆ ਸੀ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਹਨ 68 ਤੀਰਥ 68 ਤੀਰਥ 68 ਤੀਰਥ ਗੁਰ ਸ਼ਬਦ ਦਿਖਾਏ। ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚੋਂ ਹੀ 68 ਤੀਰਥਾਂ ਦੇ ਦਰਸ਼ਨ ਹੋ ਜਾਂਦੇ ਹਨ। ਅਤੇ ਜਿਹੜਾ ਉਸ ਤੀਰਥ 'ਤੇ ਇਸ਼ਨਾਨ ਕਰ ਲੈਂਦਾ, ਜਿਹੜਾ ਗੁਰੂ ਸ਼ਬਦ ਦੇ ਵਿੱਚ ਇਸ਼ਨਾਨ ਕਰ ਲੈਂਦਾ ਤਿਤ ਨਹਾਤਾ ਹੈ, ਉਸ ਦੇ ਨਹਾਉਣ ਨਾਲ ਕੀ ਹੁੰਦਾ ਹੈ, ਉਹ ਤਿਤ ਨਹਾਤਾ ਹੈ ਮਲ ਜਾਏ। ਮਨ ਦੀ ਮੈਲ, ਅੰਦਰ ਦੀ ਮੈਲ ਉਤਰ ਜਾਂਦੀ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਸ਼ਬਦ ਰਾਹੀਂ ਵੀ ਸਾਨੂੰ ਉਸੇ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਉਪਦੇਸ਼ ਕਰਦੇ ਹਨ। ਬਾਕੀ ਬੰਦਾਂ ਵਿੱਚ ਸੰਦੇਸ਼ ਦਿੰਦੇ ਹਨ, ਹਰ ਕੀ ਤੁਮ ਸੇਵਾ ਕਰੋ। ਹੇ ਭਾਈ, ਤੁਸੀਂ ਵੀ ਉਸ ਪਰਮਾਤਮਾ ਦੀ, ਉਸ ਹਰੀ ਦੀ, ਹਰੀ ਤੋਂ ਭਾਵ ਵੈਸੇ ਗੁਰਬਾਣੀ ਦੇ ਅੰਦਰ ਅਨੇਕਾਂ ਨਾਮ ਨੇ ਉਸ ਪਰਮਾਤਮਾ ਦੇ, ਹਰੀ, ਰਾਮ, ਗੋਬਿੰਦ, ਗੋਪਾਲ, ਗੋਬਿੰਦ, ਅੱਲਾਹ, ਰਹੀਮ, ਰਾਜ਼ਕ ਆਦਿਕ ਬੇਅੰਤ ਨਾਮਾਂ ਨਾਲ ਇਹ ਸਤਿਗੁਰੂ ਜੀ ਨੇ ਅਤੇ ਇਵੇਂ ਹੀ ਹਰੀ ਵੀ ਉਸ ਪਰਮਾਤਮਾ ਦੇ ਨਾਮ ਵਾਸਤੇ ਵਰਤਿਆ ਗਿਆ ਹੈ। ਭਾਵੇਂ ਭੁਲੇਖੇ ਵਸ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਹਰੀ ਸ਼ਬਦ ਕ੍ਰਿਸ਼ਨ ਜੀ ਦੀ ਪ੍ਰੇਮਾ ਭਗਤੀ ਦਾ ਸੂਚਕ ਹੈ, ਪਰ ਸਤਿਗੁਰੂ ਜੀ ਆਪਣੇ ਇਸ਼ਟ ਬਾਰੇ ਜੋ ਗੁਰਮਤਿ ਦਾ ਸੰਦੇਸ਼ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜਿਸ ਦੇ ਅੰਦਰ ਕਿ ਉਹ ਪਰਮਾਤਮਾ ਕਦੀ ਜੋਨ ਵਿੱਚ ਨਹੀਂ ਆਉਂਦਾ। ਅਤੇ ਜਿਹੜੇ ਲੋਕ ਅਵਤਾਰਵਾਦ ਜਾਂ ਦੇਵੀ ਦੇਵਤਿਆਂ ਨੂੰ ਆਪਣਾ ਇਸ਼ਟ ਮੰਨ ਕੇ ਉਹਨਾਂ ਨੂੰ ਰੱਬ ਸਮਝ ਕੇ ਪੂਜਾ ਕਰਦੇ ਹਨ, ਉਹਦੇ ਬਾਰੇ ਗੁਰਬਾਣੀ ਦੇ ਅੰਦਰ ਸਪਸ਼ਟ ਸਿਧਾਂਤ ਦਿੱਤਾ ਹੋਇਆ ਹੈ ਕਿ ਸਗਲੀ ਥੀਤ ਪਾਸ ਡਾਰ ਰਾਖੀ
ਅਸ਼ਟਮ ਥੀਤ ਗੋਬਿੰਦ ਜਨਮਾਸੀ। ਲੋਕੀ ਮੰਨਦੇ ਹਨ ਕਿ 8ਵੀਂ ਤਿਥੀ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਪ੍ਰਮਾਤਮਾ ਕ੍ਰਿਸ਼ਨ ਜੀ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਵਿੱਚ ਆਇਆ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਪ੍ਰਮਾਤਮਾ ਕਦੀ ਵੀ ਜਨਮ ਮਰਨ ਤੋਂ ਰਹਿਤ ਹੈ। ਉਹ ਕਦੀ ਜਨਮ ਨਹੀਂ ਲੈਂਦਾ, ਉਹ ਕਦੀ ਅਵਤਾਰ ਨਹੀਂ ਧਾਰਦਾ। ਇਸ ਲਈ ਜੋ ਅਵਤਾਰ ਧਾਰਿਆ ਜਿਸ ਨੇ, ਜੋ ਇਸ ਸੰਸਾਰ ਵਿੱਚ ਪੈਦਾ ਹੋਇਆ, ਉਸ ਨੇ ਆਖਰ ਇੱਕ ਦਿਨ ਚਲੇ ਜਾਣਾ ਹੈ। ਇਸ ਲਈ ਸਤਿਗੁਰੂ ਜੀ ਨੇ ਬੜਾ ਸਪਸ਼ਟ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ। ਉਹ ਸਿਧਾਂਤ ਸੀ ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਪੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਦਰਾਇਣ। ਇਹ ਐਵੇਂ ਭੁਲੇਖੇ ਵਿੱਚ ਅਸੀਂ ਪੈ ਜਾਂਦੇ ਹਾਂ ਕਿ ਪਰਮਾਤਮਾ ਅਵਤਾਰ ਧਾਰਦਾ ਹੈ, ਪਰਮਾਤਮਾ ਜਨਮ ਲੈਂਦਾ ਹੈ। ਉਹ ਤਾਂ ਜਨਮ ਅਤੇ ਮਰਨ ਤੋਂ ਰਹਿਤ ਹੈ, ਕਿਉਂਕਿ ਗੁਰਮਤਿ ਵਿੱਚ ਜੋ ਜਨਮ ਹੈ ਸੋ ਜਾਨੋ ਮੂਆ ਦਾ ਸਿਧਾਂਤ ਹੈ। ਤੇ ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ, ਨਾ ਕਿਤੋਂ ਆਉਂਦਾ ਹੈ ਨਾ ਕਿਤੇ ਜਾਂਦਾ ਹੈ। ਉਹ ਤਾਂ ਸਦਾ ਰਹਿਣ ਵਾਲੀ ਇੱਕ ਸ਼ਕਤੀ ਹੈ। ਤੋ ਸਤਿਗੁਰੂ ਜੀ ਆਖਦੇ ਹਨ ਜਨਮ ਮਰਨ ਤੇ ਰਹਿਤ ਨਰਾਇਣ, ਦੇਹ ਪਰਾਧ ਸਗਲ ਲਰੋਨੀ। ਤੁਸੀਂ ਉਸ ਨੂੰ ਲੋਰੀਆਂ ਦਿੰਦੇ ਹੋ, ਉਸ ਪਰਮਾਤਮਾ ਦੀ ਪੂਜਾ ਕਰਨ ਲਈ ਉਸ ਨੂੰ ਪੰਜੀਰ ਖਵਾਉਂਦੇ ਹੋ, ਉਸ ਨੂੰ ਭੋਗ ਲਵਾਉਂਦੇ ਹੋ, ਪਰ ਉਹ ਪਰਮਾਤਮਾ ਤਾਂ ਇਸ ਸਰੀਰ ਰਾਹੀਂ ਸੰਸਾਰ ਵਿੱਚ ਆਉਂਦਾ ਹੀ ਨਹੀਂ। ਉਹ ਤਾਂ ਜਨਮ ਮਰਨ ਤੇ ਰਹਿਤ ਨਰਾਇਣ ਹੈ, ਉਹ ਤਾਂ ਜਨਮ ਤੇ ਮੌਤ ਤੋਂ ਰਹਿਤ ਹੈ। ਇਸ ਲਈ ਸਤਿਗੁਰੂ ਜੀ ਨੇ ਹਰੀ ਸ਼ਬਦ ਜ਼ਰੂਰ ਵਰਤਿਆ, ਪਰ ਇਹ ਸ਼ਬਦ ਦਾ ਅਰਥ ਹੈ ਇੱਕ ਉਹ ਪਰਮਾਤਮਾ ਜਿਸ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਨ ਕੀਤਾ ਹੈ ਗੁਰਪ੍ਰਸਾਦ ਤੱਕ। ਤੋ ਸਤਿਗੁਰੂ ਜੀ ਕਹਿੰਦੇ ਨੇ ਐਸੇ ਵਾਹਿਗੁਰੂ ਦੀ ਹਰ ਕੀ ਤੁਮ ਸੇਵਾ ਕਰੋ। हे ਭਾਈ ਤੁਸੀਂ ਵੀ ਉਸ ਪਰਮਾਤਮਾ ਦੀ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਉਸ ਪਰਮਾਤਮਾ ਨੂੰ ਛੱਡ ਕੇ ਹੋਰ ਦੂਜੀ ਸੇਵਾ ਕਰਨ ਦੀ ਲੋੜ ਨਹੀਂ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈ ਹੈ। हे ਭਾਈ ਜੇ ਤੁਸੀਂ ਐਸੇ ਉਸ ਪਰਮ ਪਿਤਾ ਪਰਮੇਸ਼ਵਰ ਦੀ, ਉਹ ਅਕਾਲ ਪੁਰਖ ਜੋ ਅਜੂਨੀ ਹੈ, ਉਹ ਅਕਾਲ ਪੁਰਖ ਉਹ ਜਨਮਨ ਤੋਂ ਰਹਿਤ ਹੈ, ਉਹ ਤਾਂ ਮੂੰਹ ਹੀ ਸੜ ਜਾਏ, ਉਹ ਤਾਂ ਮੁੱਖ ਹੀ ਜਲ ਜਾਏ ਜਿਹੜਾ ਇਹ ਆਖਦਾ ਹੈ ਕਿ ਪਰਮਾਤਮਾ ਜੋਨਾਂ ਵਿੱਚ ਆਉਂਦਾ ਹੈ। ਸੋ ਮੁੱਖ ਜਲੋ ਜਿਤ ਕਹੇ ਠਾਕੁਰ ਜੋਨੀ। ਇਸ ਲਈ ਮੈਂ ਸਤਿਗੁਰੂ ਜੀ ਆਖਦੇ ਹਨ ਹਰ ਕੀ ਸੇਵਾ ਤੇ ਜੇ ਤੁਸੀਂ ਉਸ ਨਿਰੰਕਾਰ ਪ੍ਰਭੂ ਦੀ, ਉਸ ਨਿਰਾਕਾਰ ਵਾਹਿਗੁਰੂ ਦੀ, ਉਸ ਆਤਮਕ ਸ਼ਕਤੀ ਦੇਣ ਵਾਲੇ ਪਰਮਾਤਮਾ ਦੀ, ਜਿਸ ਨੇ ਇਸ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਜਿਹੜਾ ਇਸ ਸਾਰੇ ਸੰਸਾਰ ਦੀ ਰੱਖਿਆ ਕਰ ਰਿਹਾ ਹੈ, ਜਿਹੜਾ ਇਸ ਸਾਰੇ ਸੰਸਾਰ ਦੀ ਸੰਭਾਲ ਕਰਨ ਵਾਲਾ ਹੈ, ਐਸੀ ਪ੍ਰਭੂ ਦੀ ਸੇਵਾ ਕਰੋਗੇ ਤਾਂ ਕੀ ਪ੍ਰਾਪਤ ਹੋਵੇਗਾ? ਜੋ ਮਨ ਵਿੱਚ ਇੱਛੋਗੇ ਉਹ ਪ੍ਰਾਪਤ ਹੋ ਜਾਵੇਗਾ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈ ਹੈ। ਜਿਉਂ-ਜਿਉਂ ਪਰਮਾਤਮਾ ਬਾਰੇ ਸਮਝੋਗੇ, ਤੁਸੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ, ਪਰਮਾਤਮਾ ਦੇ ਅਸੂਲਾਂ ਨੂੰ ਜਾਣਦਿਆਂ ਹੋਇਆਂ ਜੋ ਜੋ ਚਾਹੋਗੇ ਉਹ ਕੁਝ ਪ੍ਰਾਪਤ ਕਰ ਲਵੋਗੇ। ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਜੜ ਪਦਾਰਥ ਦੀ, ਕਿਸੇ ਜਾਨਵਰ ਦੀ, ਕਿਸੇ ਪਸ਼ੂ ਦੀ, ਕਿਸੇ ਪੰਛੀ ਦੀ, ਕਿਸੇ ਦਰਖਤ ਦੀ ਪੂਜਾ ਵਿੱਚ ਪੈ ਜਾਓਗੇ ਤਾਂ ਤੁਸੀਂ ਆਪਣਾ ਜਨਮ ਵਿਅਰਥ ਹੀ ਗਵਾ ਲਓਗੇ। ਭਾਵ ਉਸ ਪੂਜਾ ਵਿੱਚ ਲੱਗ ਕੇ ਜੋ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਸਖਣਾ ਹੈ, ਉਸ ਵਿੱਚ ਲੱਗ ਕੇ ਆਪਣਾ ਇਹ ਜੀਵਨ ਵਿਅਰਥ ਹੀ ਗਵਾ ਲਵੋਗੇ। ਇਸ ਲਈ ਦੂਜੇ ਬੰਦ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦਿਆਂ ਸਮਝਾਉਂਦੇ ਹਨ ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ। ਮੇਰੇ ਵਾਸਤੇ ਸਿਮਰਤੀਆਂ ਦਾ ਉਪਦੇਸ਼ ਵੀ ਪਰਮਾਤਮਾ ਹੀ ਹੈ। ਲੋਕੀ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਗ੍ਰੰਥਾਂ ਦੀ ਹੀ ਪੂਜਾ ਕਰਨ ਲੱਗ ਪੈਂਦੇ ਹਨ। ਸਾਧ ਸੰਗਤ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਜ਼ਰੂਰ ਟੇਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਕਰਦੇ। ਪੂਜਾ ਹੈ ਨਾਮ ਦੀ ਪੂਜਾ, ਪੂਜਾ ਕੀਚੈ ਨਾਮ ਤੇ ਆਈ ਹੈ। ਪੂਜਾ ਹੈ ਅਕਾਲ ਪੁਰਖ ਦੀ। ਸ਼ਬਦ ਦਾ ਗੁਰੂ ਹੈ, ਗੁਰੂ ਸਾਨੂੰ ਸੇਧ ਬਖਸ਼ਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਸੇਧ ਲੈ ਕੇ, ਸਮਝ ਲੈ ਕੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਹੈ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਅਤੇ ਸਾਰੇ ਸੰਸਾਰ ਵਿੱਚ ਵਿਚਰ ਕੇ ਇਸ ਸਰੀਰ ਦੇ ਅੰਦਰ ਖਾਲਸੇ ਦੇ ਜੀਵਨ ਰਾਹੀਂ ਉਸ ਪਰਮਾਤਮਾ ਦੇ ਦੀਦਾਰ ਕਰਨੇ ਹਨ। ਇਹ ਸਿਧਾਂਤ ਸਤਿਗੁਰੂ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਆਖਦੇ ਹਨ ਹਰ ਮੇਰਾ ਸਿਮਰਤ। ਲੋਕੀ ਸਿਮਰਤੀਆਂ ਪੜ੍ਹਦੇ ਹਨ, ਪੁਰਾਣ ਪੜ੍ਹਦੇ ਹਨ, ਹੋਰ ਵੇਦ ਸ਼ਾਸਤਰ ਆਦਿ ਗ੍ਰੰਥ ਪੜ੍ਹ ਕੇ ਉਹਨਾਂ ਗ੍ਰੰਥਾਂ ਦੀ ਪੂਜਾ ਪਾਠ ਕਰਨ ਲੱਗ ਪੈਂਦੇ ਹਨ। ਪਰ ਸਤਿਗੁਰੂ ਜੀ ਆਖਦੇ ਹਨ ਹਰ ਮੇਰਾ ਸਿਮਰਤ। ਮੇਰਾ ਧਾਰਮਿਕ ਗ੍ਰੰਥਾਂ ਦਾ ਉਪਦੇਸ਼ ਵੀ ਪਰਮਾਤਮਾ ਹੀ ਹੈ, ਮੇਰਾ ਸ਼ਾਸਤਰ ਵੀ ਪਰਮਾਤਮਾ ਹੀ ਹੈ। ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਧਪ। ਕੋਈ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਤੇ ਮਾਣ ਕਰ ਬੈਠਦਾ ਹੈ ਕਿ ਇਹ ਮੇਰੀ ਮਦਦਗਾਰ ਸਾਬਤ ਹੋਣਗੇ, ਪਰ ਸਤਿਗੁਰੂ ਜੀ ਆਖਦੇ ਹਨ ਹਰ ਮੇਰਾ ਬੰਧਪ। ਮੇਰੇ ਵਾਸਤੇ ਮੇਰਾ
जो रिश्तेदार है वो भी परमात्मा ही है। हर मेरा भाई, मेरा भैन भाई भी वो परमात्मा ही है। हर की मैं भूख लागै, ਜਦੋਂ ਮੈਨੂੰ परमात्मा के नाम की भुख लगती है तो मैं इस नाम की भुख नाल नाम जपन लगता हाँ। साचे नाम की लागै भूख, उत भूख है खाए चलियाँ दुख। ये नाम जपदियाँ मेरी तृष्णा मिट जाती है, क्योंकि मैनू समझ आ जाती है ज्यों ज्यों मैं दुनियावी पदार्थों के पिछे लग के अपने मन नू रजाउण का यतन करता हाँ, जितना मैं धन पदार्थ, जितनी मैं धन दौलत खाण पीण के साधन इकट्ठे करता हाँ, उतनी ही भुख होर वध जाती है। पर ये सच्चे नाम की भुख अगर लग जाए, इस भुख दे नाल जो परमात्मा का नाम भोजन छकण दे कारण मेरे मन की तृष्णा मिट जाती है, मेरे मन की भुख मिट जाती है, मन रज जाता है। हर की मैं भूख लागै, हर नाम मेरा मन तृप्त है। तो परमात्मा के नाम जपण नाल मेरा मन रज जाता है, तृप्त हो जाता है। हर मेरा साक, तो मैनू समझ आ जाती है असल में संगी साथी भी परमात्मा ही है, असल में रिश्तेदार संबंधी भी परमात्मा ही है। वो वाहिगुरू ही मेरा साक बन जाता है। अंत होए सखाई, दुनिया के रिश्तेदार तो किसी ना किसी समय साथ छड़ ही जाते हैं, साथ टुट ही जाता है, पर परमात्मा एक ऐसा सहाई है, गुरु मेरा संग सदा है नाले। वो सच्चा सतगुरु, वो अकाल पुरख वाहिगुरू हमेशा मेरे अंग संग रहिंदा है, मेरे नाल निभदा है। अंत होए सखाई, अते मेरे जीवन के अंत समय भी मेरी सहायता करता है, मेरा सहाई हो जाता है। हर बिन होर रास कूड़ी है, चलदियां नाल ना जाई। तो मैनू समझ आ जाती है कि परमात्मा के नाम तो बिना होर जिन्ना भी धन दौलत दुनियावी पदार्थ ने, ये सब नाल नहीं निभदे। हर मेरा धन मेरा साथ चालै, परमात्मा का नाम रूपी धन जो सच्चा धन है, ये मेरे नाल हर समय निभदा है। जिथे भी मैं जाता हाँ, जहाँ हों जाई तहाँ जाई, मैं जिथे जाता हाँ ना मेरे अंग संग निभदा है, ना मेरे नाल रहिंदा है। इसलिए हे भाई, जदों ये समझ आ जाती है जो झूठे लागै, वो मनुख झूठा ही रहिंदा है, उसका जीवन भी झूठियां वर्गा ही बन जाता है, क्योंकि वो नाशवान पदार्थों के पिछे लग के अपने जीवन के आचार नूं भी उसे वर्गा ही बना लैंदा है। झूठे कर्म कमाई, अते उहदे कर्म कांड भी फिर झूठे ही निबड़ते हैं, फिर झूठ विच ही रुझ जाते हैं। इसलिए आखिरी पंक्ति विच सतगुरु अमरदास पातशाह जी आखदे हैं, कहे नानक हर का भाणा हुआ। पर हे नानक आखदा है कि हे भाई, ये उस परमात्मा की खेड समझो, उस परमात्मा की खेड विच ही जिसनूं सच की समझ आ जाती है वो सच्चे नाम नाल जुड़ जाता है। जिसनूं सच की समझ नहीं आती वो दुनियावी पदार्थों के पिछ लग के झूठे पदार्थों में जीवन गवा लैंदा है। इसलिए मैं किसी नूं चंगा जा माड़ा नहीं आख सकदा। कहना कछू ना जाई, ये कहना मेरे वास्ते कठिन है कि कौन ठीक ते कौन गलत है, कौन झूठ ते कौन सच है। पर यह गल समझ आई है कि जिसने परमात्मा के नाम नाल प्यार पा लिया वो मनुख जीवन में सफल हो गया, अते जिसने झूठे पदार्थों में अपना प्यार पाया उसका सारा जीवन उन्हां पदार्थों में ही बीत जाता है। आओ सतगुरां दे इन्हां पावन बोलां नूं अपने जीवन में ढाल के अपने जीवन में उतारन का यतन करिए। सतगुरु बख्शिश करन सानू भी ये सच्चे नाम की भुख लग जाए, ये सच्चे नाम की प्रीत बन आए, ये सच्चे नाम की रीत समझ आ जाए, अते मेरा जीवन सफल हो सके। यही सेवा उस अकाल पुरख वाहिगुरू तो मंगीए। विसर नाहीं दातार अपना नाम देहो, गुण गावां दिन रात नानक चाओ। ये चाओ बनया रहे, उस परमात्मा नाल प्रेम सच्ची प्रीत बन आए, ये लोक ਅਤੇ परलोक सुहेले हो जाण। होईयां भुलां दी खिमा जी। फतेह बुलाओ। वाहिगुरू जी का खालसा, वाहिगुरू जी की फतेह।